ਤੇ ਉਹਦੇ ਉੱਤੇ ਮੈਂ ਸਕੈਨ ਅਪਲੋਡ ਕੀਤੇ ਨੇ ਦੇ ਸਾਰੇ ਨੌ ਨਾਮਾਂ ਵਾਲੇ ਲੜਕੇ ਦੇ ਨਾ ਉੱਥੇ ਠੀਕ ਮਿਲ ਹੈ ਜਾਣਗੇ ਤੁਹਾਨੂੰ ਸਰ ਸਕੈਨ 1906 ਦਾ ਇਲਹਾਨ ਉਹਦੇ ਚ ਮੌਜੂਦ ਹੋਏਗਾ। ठीक बस ठीक है। ठीक है मिनी मास्टर साहब, आपका भी शुक्रिया, सब भाइयों का शुक्रिया। भाई सियाल साहब को गल करनी कि मैं इजाजत लैन लगा? गल तो मैं वो करनी सी जी तुस पहले कर रहे थे हज़रत अली रज़ी अल्लाह तआला अन्हु और दूसरा हज़रत अमीर माविया दी ओहदे बारे में कुछ सोचिया सी जी गल तुस कर रहे सी, हुण तो बदल गया, कोई मसला नहीं। फिर कर ਇਹ ਮਿਨੀ ਮਾਸਟਰ ਜਿਹੜੇ ਨੇ ਮਿਨੀ ਮਾਸਟਰ ਨਹੀਂ ਆਣੇ ਬਿਗ ਮਾਸਟਰ ਨੂੰ ਤੁਸੀਂ ਕਰ ਲਓ ਤੇ ਤੁਹਾਨੂੰ ਜਵਾਬ ਦੇ ਲੈਣਗੇ, ਮੈਂ ਸੁਣਨਾ ਵਾ। नहीं मैं तो ये कहना चाहता भी असा अज अगर नहजुल बलागा पढ़ने ना तो हज़रत अली रज़ी अल्लाह तआला अन्हु ने ਦੇ ਸਾਹਮਣੇ ਕਿਸੇ ਨੇ ਸ਼ਾਮੀਆਂ ਤੇ ਲਾਨਤ ਪਾਈ ਸੀ ਤੇ ਉਹਨਾਂ ਨੂੰ ਯਾਨੀ ਮਨਾ ਕਰ ਦਿੱਤਾ ਸੀ, ਬਜਾਏ ਉਸ ਦੇ ਕਿ ਸ਼ਾਮੀਆਂ ਦੇ ਖਿਲਾਫ ਠੀਕ ਹੈ ਲੜਾਈ ਹੋਈ ਹੈ, ਮਿਸਾਲ ਇਖਤਲਾਫਾਤ ਜ਼ਰੂਰ ਨੇ, ਲੇਕਿਨ ਉਹਨਾਂ ਨੂੰ ਇਤਨਾ ਬੁਰਾ ਨਹੀਂ ਕਿਹਾ ਸ਼ਾਮੀਆਂ ਨੂੰ ਜਿਤਨਾ ਬੁਰਾ ਆਪਣੇ ਸਾਥੀਆਂ ਨੂੰ ਕਿਹਾ ਹੈ। ਔਰ ਇਹ ਹਕੀਕਤ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਅਸਾਂ ਉਹ ਸ਼ੁਰੂ ਦੇ ਵਿੱਚ ਗਾਈਡ ਦੇ ਵਿੱਚ ਪੜ੍ਹਦੇ ਸੀ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਤੇ ਕਿ ਚੋਰ ਵੀ ਵਿਕੇ ਚੋਰ ਚੋਰ। ਇਹ ਮਾਮਲਾ ਅਸਲ ਦੇ ਵਿੱਚ ਇਹ ਹੋਇਆ ਵੀ ਜਿਹੜਾ ਮਿਸਾਲ ਹੈ ਜਿਹੜੇ ਖੁਦ ਮੁਜਰਿਮ ਸੀ ਉਹੀ ਪਿੱਟਦੇ ਨੇ ਕਿ ਆਏ ਜ਼ੁਲਮ ਹੋ ਗਿਆ ਜ਼ੁਲਮ ਹੋ ਗਿਆ ਜ਼ੁਲਮ ਹੋ ਗਿਆ। ਮਿਸਾਲ ਹੈ ਵੀ ਜਿਹੜੇ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਨੇ ਆਪਣੇ ਸਾਥੀਆਂ ਨੂੰ ਜਿਤਨਾ ਬੁਰਾ ਕਿਹਾ ਇਤਨਾ ਸ਼ਾਮੀਆਂ ਨੂੰ ਬੁਰਾ ਨਹੀਂ ਕਿਹਾ। ਫਿਰ ਅੱਗੇ ਜਾਂਦੇ ਹਾਂ ਹਜ਼ਰਤ ਇਮਾਮ ਹਸਨ ਦੇ, ਤਾਂ ਜਿਸ ਦਿਨ ਹਜ਼ਰਤ ਇਮਾਮ ਹਸਨ ਨੇ ਸੁਲ੍ਹਾ ਕੀਤੀ ਹੈ ਤਾਂ ਉਸੇ ਦਿਨ ਹੀ ਸਾਥੀਆਂ ਨੇ ਜਦੋਂ ਆਪਨੇ ਖੁਤਬਾ ਦਿੱਤਾ ਨਾ ਤਾਂ ਉੱਥੇ ਹੀ ਸਾਥੀਆਂ ਨੇ ਕਹਿ ਦਿੱਤਾ ਵੀ ਇਹ ਤਾਂ ਸੁਲ੍ਹਾ ਵਾਲੇ ਪਾਸੇ ਜਾਂਦਾ ਪਿਆ, ਤੇ ਉਹਨਾਂ ਉਸੇ ਵਕਤ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਕੁਫਰ ਕਰ ਰਿਹਾ ਸੁਲ੍ਹਾ ਕਰ ਰਿਹਾ। ਫਿਰ ਜਿਹੜੇ ਵੀ ਹਮਲੇ ਹੋਏ ਨੇ ਆਪ ਨੂੰ ਜ਼ਖਮੀ ਕੀਤਾ ਗਿਆ ਹੈ ਤਾਂ ਉਹ ਵੀ ਸਾਥੀਆਂ ਨੇ ਕੀਤਾ, ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਤੇ ਕੀਤਾ ਨਹੀਂ ਹੈ। ਫਿਰ ਹਜ਼ਰਤ ਇਮਾਮ ਹਸਨ ਨੇ ਵੀ ਫਰਮਾਇਆ ਕਿ ਮੈਨੂੰ ਅਗਰ ਮਿਸਾਲ ਹੈ ਬਈ ਮੇਰੇ ਨਾਲ ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਤਾਂ ਚੰਗਾ ਵਰਤ ਜਾਵੇ ਆ, ਲੇਕਿਨ ਇਹਨਾਂ ਨੂੰ ਤੇ ਮੈਨੂੰ ਹੈ ਕਿ ਇਹਨਾਂ ਮੈਨੂੰ ਫੜ ਕੇ ਦੇ ਦੇਣਾ, ਇਹਨਾਂ ਤਾਂ ਮੈਨੂੰ ਮਰਵਾ ਦੇਣਾ। ਲਿਹਾਜ਼ਾ ਫਿਰ ਹਜ਼ਰਤ ਇਮਾਮ ਹਸਨ ਦੇ ਦੌਰ ਦੇ ਵਿੱਚ ਹੀ ਸਾਥੀਆਂ ਨੇ ਬੁਰਾ ਕੀਤਾ ਹੈ। ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਦਾ ਇਖਤਲਾਫ ਜ਼ਰੂਰ ਹੈ, ਲੇਕਿਨ ਉਹਨਾਂ ਦਾ ਇਤਨਾ ਬੁਰਾ ਨਹੀਂ ਸਾਬਿਤ ਹੁੰਦਾ ਜਿਤਨਾ ਸਾਥੀਆਂ ਦਾ ਬੁਰਾ ਸਾਬਿਤ ਹੁੰਦਾ। ਫਿਰ ਸੁਲ੍ਹਾ ਹੋ ਗਈ ਹੈ। ਉਹ ਵੇਖੋ ਮਿਸਾਲ ਅਸਾਂ ਅਹਿਲੇ ਤਸ਼ਯੁ ਬਾਈਆਂ ਦੀ ਕਿਤਾਬ ਵਿੱਚ ਵੀ ਪੜ੍ਹਨੇ ਆ ਕਿ ਇਹ ਹਜ਼ਰਤ ਇਮਾਮ ਹਸਨ ਜਿਹੜੇ ਨੇ ਉਹ ਸਰਦਾਰ ਨੇ ਔਰ ਦੋ ਮੁਸਲਮਾਨਾਂ ਦੇ ਅਜ਼ੀਮ ਗਰੋਹਾਂ ਦੇ ਵਿੱਚ ਸੁਲ੍ਹਾ ਕਰਾਉਣਗੇ, ਦੋਨਾਂ ਨੂੰ ਅਜ਼ੀਮ ਗਰੋਹ ਕਿਹਾ ਗਿਆ। ਜਦੋਂ ਅੱਲਾਹ ਤਾਲਾ ਦੇ ਨਬੀ ਨੇ ਇਹ ਬਲਕਿ ਕੁਰਾਨ ਪਾਕ ਦੀ ਕੋਈ ਆਇਤ ਦਾ ਵੀ ਯਾਨੀ ਕਿ ਮਫਹੂਮ ਹੈ ਜਿਹੜਾ ਇਹ ਸੁਲ੍ਹਾ ਕਰਾਉਣ ਵਾਲਾ, ਜਦੋਂ ਅੱਲਾਹ ਤਾਲਾ ਨੇ ਯਾਨੀ ਕਿ ਦੱਸ ਦਿੱਤਾ ਕਿ ਹਜ਼ਰਤ ਇਮਾਮ ਹਸਨ ਦੇ ਜ਼ਰੀਏ ਦੋ ਮੁਸਲਮਾਨਾਂ ਦੇ ਅਜ਼ੀਮ ਗਰੋਹਾਂ ਹੀ ਸੁਲ੍ਹਾ ਹੋਵੇਗੀ, ਤਾਂ ਫਿਰ ਸਾਨੂੰ ਕੋਈ ਜ਼ਰੂਰਤ ਨਹੀਂ। ਔਰ ਇਹ ਕਿਤਾਬ ਯਾਨੀ ਅਲ ਤਸ਼ਯੁ ਦੀ ਮੁਤਬਰ ਕਿਤਾਬ ਦੇ ਵਿੱਚ ਵੀ ਹਵਾਲਾ ਲਿਖਿਆ ਹੋਇਆ। ਫਿਰ ਹਜ਼ਰਤ ਇਮਾਮ ਹਸਨ ਔਰ ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਦੀ ਸੁਲ੍ਹਾ ਹੋ ਗਈ ਹੈ। ਤਾਂ ਜਦੋਂ ਆਪ ਦਾ ਵਿਸਾਲ ਹੋਇਆ ਹਜ਼ਰਤ ਇਮਾਮ ਹਸਨ ਦਾ, ਤੇ ਉਦੋਂ ਵੀ ਕੂਫੀਆਂ ਨੇ ਹਜ਼ਰਤ ਇਮਾਮ ਹੁਸੈਨ ਨੂੰ ਖਤ ਲਿਖੇ ਨੇ ਕਿ ਉਹ ਜਿਨ੍ਹਾਂ ਦਾ ਮੁਆਹਦਾ ਸੀ ਉਹ ਤਾਂ ਮਿਸਾਲ ਵਫਾਤ ਪਾ ਗਏ ਤੇ ਤੁਸਾਂ ਹਥਿਆਰ ਚੁੱਕੋ। ਤਾਂ ਆਪ ਨੇ ਮਨਾ ਕੀਤਾ, ਨਹੀਂ ਮੇਰੇ ਮਿਸਾਲ ਉਹ ਜਦੋਂ ਤੱਕ ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਨਾਲ ਮੇਰੀ ਸੁਲ੍ਹਾ ਸਾਡੀ ਕਾਇਮ ਹੈ ਉਸ ਵਕਤ ਤੱਕ ਅਸਾਂ ਨਹੀਂ ਚੁੱਕਦੇ। ਤਾਂ ਸਾਬਤ ਹੋਇਆ ਕਿ ਆਪ ਦੇ ਜਿਹੜੀ ਉਹ ਸੁਲ੍ਹਾ ਸੀ ਉਹ ਬਿਲਕੁਲ ਪੂਰੀ ਕਰ ਰਿਹਾ ਸੀ, ਔਰ ਸਾਬਿਤ ਹੀ ਅਲ ਤਸ਼ਯੁ ਦੀ ਕਿਤਾਬ ਵਿੱਚੋਂ ਹੀ ਹੁੰਦਾ ਕਿ ਬਿਲਕੁਲ ਮੁਆਹਦੇ ਤੇ ਉਹ ਪਾਬੰਦ ਸੀ ਔਰ ਉਸੇ ਤਰ੍ਹਾਂ ਉਹ ਜੋ ਖਰਚਾ ਦੇਣਾ ਸੀ ਸਾਰਾ ਦੇ ਰਹੇ ਸੀ। ਅੱਗੇ ਹਜ਼ਰਤ ਇਮਾਮ ਹੁਸੈਨ ਦਾ ਜਦੋਂ ਯਾਨੀ ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ अन्हु ਦਾ ਮਿਸਾਲ ਵਫਾਤ ਹੋ ਜਾਂਦੀ ਔਰ ਯਜ਼ੀਦ ਬਣ ਜਾਂਦਾ ਹੈ, ਬਾਦਸ਼ਾਹ ਬਣ ਜਾਂਦਾ ਹੈ, ਤਾਂ ਹਜ਼ਰਤ ਇਮਾਮ ਹੁਸੈਨ ਨੂੰ ਵੀ ਮਿਸਾਲ ਹੈ ਬਈ ਦੂਸਰਾ ਕੀ ਨਾਮ ਹੈ ਤਾਂ ਮਜਬੂਰ ਕੀਤਾ ਗਿਆ, ਜਿੰਨਾ ਸਦਿਆ ਹੈ ਉਹਨਾਂ ਦਾ ਕਸੂਰ ਨਹੀਂ ਬਣਾਉਂਦੇ ਅਸਾਂ ਭੱਜ ਕੇ ਦੂਸਰੇ ਦਾ ਬਣਾਉਂਦੇ। ਅਸਾਂ ਇਹ ਨਹੀਂ ਕਹਿੰਦੇ ਕਿ ਯਜ਼ੀਦ ਦਾ ਕਸੂਰ ਨਹੀਂ, ਠੀਕ ਹੈ ਉਹ ਵਕਤ ਦਾ ਉਸ ਵਕਤ ਦਾ ਬਾਦਸ਼ਾਹ ਹੈ, ਲੇਕਿਨ ਬੁਲਾਇਆ ਤਾਂ ਜਿੰਨਾ ਗਿਆ ਉਹਨਾਂ ਕੂਫੀਆਂ ਹੀ ਬੁਲਾਇਆ ਜਿਨ੍ਹਾਂ ਨੇ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ अन्हु ਨਾਲ ਧੋਖਾ ਕੀਤਾ, ਹਜ਼ਰਤ ਇਮਾਮ ਹਸਨ ਨਾਲ ਧੋਖਾ ਕੀਤਾ। ਫਿਰ ਉਹਨਾਂ ਹੀ ਬੁਲਾਇਆ ਹੈ, ਮਜਬੂਰ ਕਰਕੇ ਬੁਲਾਇਆ ਹੈ ਕਿ ਅਗਰ ਤੁਸੀਂ ਨਾ ਆਓਗੇ ਤਾਂ ਕਿਆਮਤ ਦੇ ਦਿਨ ਤੁਹਾਡਾ ਗਰੇਬਾਨ ਹੋਵੇਗਾ ਤੇ ਸਾਡਾ ਹੱਥ ਹੋਵੇਗਾ ਕਿ ਤੁਸੀਂ ਆਓ ਅਸਾਂ ਤੁਹਾਡੇ ਨਾਲ। ਤਾਂ ਲਿਹਾਜ਼ਾ ਵੱਡੇ ਮੁਜਰਿਮ ਜਿਹੜੇ ਨੇ ਉਹੀ ਅੱਜ ਮਿਸਾਲੇ ਸ਼ੋਰ ਮਚਾਉਂਦੇ ਨੇ, ਜਿਨ੍ਹਾਂ ਬੁਲਾ ਕੇ ਅੱਗੇ ਬਦਅੰਤੀ ਕੀਤੀ ਹੈ। ਅਸਾਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਤੇ ਅਸਾਂ ਦੂਏ ਦੇ ਪਾਸੇ ਲੱਗ ਜਾਂਦੇ ਹਾਂ। ਦੂਆ ਵੀ ਬੁਰਾ ਅਸਾਂ ਨਹੀਂ ਕਹਿੰਦੇ ਕਿ ਅਸਾਂ ਉਹਨੂੰ ਅੱਛਾ ਕਹਿੰਦੇ ਹਾਂ। ਫਿਰ ਅੱਗੇ ਵੇਖੋ ਜਦੋਂ ਯਾਨੀ ਕਿ ਕਰਬਲਾ ਜਾਂਦੇ ਨੇ ਤਾਂ ਹਜ਼ਰਤ ਇਮਾਮ ਹੁਸੈਨ ਜਿਹੜੇ ਨੇ ਉਹ ਖਤ ਉਹਨਾਂ ਲੋਕਾਂ ਨੂੰ ਹੀ ਕਹਿ ਰਹੇ ਨੇ ਕਿ ਫਲਾਂ ਤੂੰ ਨਹੀਂ ਖਤ ਲਿਖਿਆ, ਫਲਾਂ ਤੂੰ ਨਹੀਂ ਖਤ ਲਿਖਿਆ, ਫਲਾਂ ਤੂੰ ਨਹੀਂ ਖਤ ਲਿਖਿਆ।
ਤਾਂ ਮਤਲਬ ਸਾਬਿਤ ਹੁੰਦਾ ਹੈ ਕਿ ਉਹ ਲੋਕ ਅੱਗੋਂ ਮੌਜੂਦ ਸੀ ਜਿਨ੍ਹਾਂ ਖਤ ਲਿਖਿਆ ਸੀ ਔਰ ਸ਼ਿਆਨੇ ਅਲੀ ਦਾ ਦਾਅਵੇਦਾਰ ਸੀ, ਉਹੀ ਅੱਗੋਂ ਸਾਹਮਣੇ ਆਏ ਹੋਏ ਸੀ। ਲਿਹਾਜ਼ਾ ਅਸਲ ਮੁਜਰਮ ਤਾਂ ਉਹ ਵੀ ਹਨ ਨਾ ਜਿਹੜੇ ਮਿਸਾਲ ਹੈ ਸਾਹਮਣੇ ਆਏ ਨੇ। ਫਿਰ ਕੁਛ ਅਸੂਲਾਂ ਦੀ ਗੱਲਬਾਤ ਚੱਲੀ। ਹਜ਼ਰਤ ਇਮਾਮ ਹੁਸੈਨ ਨੇ ਕਿਹਾ ਮੈਂ ਉੱਥੇ 3 ਗੱਲਾਂ ਹਨ, ਬਾਜ਼ 2 ਕਹਿੰਦੇ ਨੇ, ਬਾਜ਼ 3 ਕਹਿੰਦੇ ਨੇ, ਜਿੰਦੇ ਵਾਪਸ ਜਾਣ ਦਾ ਵੀ ਹੈ, ਕਿਸੇ ਹੋਰ ਇਲਾਕੇ ਵੱਲ ਜਾਣ ਦਾ ਵੀ ਹੈ, ਔਰ ਯਜ਼ੀਦ ਕੋਲ ਵੀ ਜਾਣ ਦਾ ਹੈ, ਮਿਸਾਲ ਰਵਾਇਤ ਵੀ ਹੈ। ਲੇਕਿਨ ਉਹ ਵੀ ਮੌਕਾ ਨਹੀਂ ਦਿੱਤਾ ਗਿਆ। ਕਿੰਨਾ ਨਹੀਂ ਦਿੱਤਾ ਉਹ ਵੀ ਤੁਹਾਨੂੰ ਸਾਨੂੰ ਪਤਾ ਹੈ ਸਾਰਿਆਂ ਨੂੰ, ਕਿੰਨਾ ਮੌਕਾ ਨਹੀਂ ਦਿੱਤਾ। ਫਿਰ ਸ਼ਹਾਦਤ ਹੋ ਜਾਂਦੀ ਹੈ। ਤਾਂ ਜਦੋਂ ਅਸਾਂ ਇਹ ਤਸ਼ਯੁ ਬਾਈਆਂ ਦੀਆਂ ਕਿਤਾਬਾਂ ਵੀ ਪੜ੍ਹਨੇ ਆ ਕਿ ਹਜ਼ਰਤ ਜ਼ੈਨੁਲ ਆਬਦੀਨ ਨੇ ਬੁਰਾ ਕਿਹਾ ਤਾਂ ਕੂਫੀਆਂ ਤੇ ਲਾਨਤ ਪਾਈਏ, ਹਜ਼ਰਤ ਜ਼ੈਨਬ ਨੇ ਲਾਨਤ ਪਾਈਏ ਤਾਂ ਕੂਫੀਆਂ ਤੇ ਪਾਈਏ, ਔਰ ਅਗਰ ਹਜ਼ਰਤ ਫਾਤਮਾ ਬਿਨਤ ਹੁਸੈਨ ਇੱਕ ਨਾਮ ਦੀ ਹੈ ਜਿਨ੍ਹਾਂ ਨੂੰ ਸਕੀਨਾ ਵੀ ਗਲਬਨ ਬਾਜ਼ ਕੱਤ ਕਿਹਾ ਜਾਂਦਾ, ਅਗਰ ਉਹਨਾਂ ਵੀ ਲਾਨਤ ਪਾਈਏ ਤਾਂ ਕੂਫੀਆਂ ਤੇ ਪਾਈਏ। ਯਜ਼ੀਦ ਕੋਲ ਗਏ ਨੇ ਅੱਗਾ, ਯਜ਼ੀਦ ਨੂੰ ਵੀ ਮਿਸਾਲ ਮੈਂ ਬਾਰ-ਬਾਰ ਕਹਿ ਰਿਹਾ ਯਜ਼ੀਦ ਦਾ ਕਰਦਾਰ ਹੈ ਕਿਉਂਕਿ ਉਹ ਉਸ ਵਕਤ ਦਾ ਬਾਦਸ਼ਾਹ ਹੈ, ਉਸ ਦਾ ਵੀ ਜੋ ਮਾਮਲਾਤ ਹੋਏ ਨੇ। ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਮਿਸਾਲ ਸਾਨੂੰ ਕੋਈ ਤਾਰੀਖ ਦੇ ਵਿੱਚ ਨਹੀਂ ਮਿਲਦਾ ਕਿ ਹਜ਼ਰਤ ਇਮਾਮ ਜ਼ੈਨੁਲ ਆਬਦੀਨ ਨੇ ਕੋਈ ਇਸ ਨੂੰ ਬੜਾ ਇਸ਼ੂ ਬਣਾਇਆ ਹੈ ਜਾਂ ਇਹ ਹੋਇਆ ਜਾਂ ਉਹ ਹੋਇਆ। ਮਾਮਲਾ ਇਹ ਯਜ਼ੀਦ ਵੀ ਬੁਰਾ ਹੈ, ਮੈਂ ਨਹੀਂ ਕਹਿੰਦਾ ਅੱਛਾ ਹੈ, ਲੇਕਿਨ ਸਾਨੂੰ 3 ਹਸਤੀਆਂ ਦੇ ਵਿੱਚ ਜਿਹੜਾ ਕਿਰਦਾਰ ਸਾਨੂੰ ਮਿਲਦਾ ਹੈ ਨਾ, ਇਹਨਾਂ ਦਾ ਸਾਥੀਆਂ ਦਾ ਜਿਤਨਾ ਕਿਰਦਾਰ ਬੁਰਾ ਹੈ ਉਤਨਾ ਸ਼ਾਇਦ ਮੁਖਾਲਫੀਨ ਦਾ ਨਹੀਂ ਹੈ। ਅਸਾਂ ਉਹਨਾਂ ਦੇ ਜਿਹੜੇ ਅਸਲ ਬੁਰੇ ਸੀ ਉਹਨਾਂ ਨੂੰ ਛੱਡ ਦਿੱਤਾ ਹੈ ਤੇ ਅਸਾਂ ਜਿਵੇਂ ਆਂਦੇ ਨਹੀਂ ਉਹ ਕੁੱਤੇ ਦਾ ਮਿਸਾਲ ਉਹ ਕੋਈ ਕਿਸੇ ਕਿਹਾ ਸੀ ਕੰਨ ਲਾਇਆ ਗਿਆ ਤੇ ਉਹਨੇ ਕੰਨ ਨਹੀਂ ਸੀ ਵੇਖਿਆ, ਕੁੱਤੇ ਪਿੱਛੇ ਬਾਜ ਵਗਿਆ ਸੀ। ਇਹ ਮਿਸਾਲ ਤਾਂ ਨਹੀਂ ਬਣਦੀ ਮਾਜ਼ਰਤ ਨਾਲ ਇੱਥੇ, ਲੇਕਿਨ ਮਾਮਲਾ ਇਹ ਵੀ ਬੁਰੇ ਜਿਹੜੇ ਆਏ ਸੀ ਉਹਨਾਂ ਨੂੰ ਅਸਾਂ ਛੱਡ ਦਿੱਤਾ ਹੈ, ਉਹਨਾਂ ਦਾ ਅਸਾਂ ਜ਼ਿਕਰ ਵੀ ਨਹੀਂ ਕਰਦੇ। ਅਸਾਂ ਇਸ ਬਹਿਸ ਵਿੱਚ ਪਾਏ ਗਏ ਕਿ ਸਹਾਬਾ ਕਰਾਮ ਦਾ ਨੌਜ਼ ਬਿੱਲਾ ਮਿਸਾਲੇ ਕੌਣ ਗਲਤ ਸੀ ਤੇ ਕੌਣ ਸਹੀ ਸੀ। ਇਹ ਗਲਤ ਤਾਂ ਸਾਰੇ ਉਹ ਸੀ ਜਿਨ੍ਹਾਂ ਨੇ ਯਾਨੀ ਹਜ਼ਰਤ ਅਲੀ ਨਾਲ, ਹਜ਼ਰਤ ਇਮਾਮ ਹਸਨ ਨਾਲ ਔਰ ਹਜ਼ਰਤ ਇਮਾਮ ਹੁਸੈਨ ਨਾਲ ਬਜ਼ਾਹਿਰ ਸਾਥ ਦਿੱਤਾ ਹੈ। ਅਸਲ ਫਸਾਦ ਦੀ ਜੜ ਇਹ ਉਹ ਲੋਕ ਸੀ, ਉਹ ਕੌਣ ਸੀ ਸਾਨੂੰ ਅੱਜ ਵੀ ਵੇਖਣਾ ਚਾਹੀਦਾ, ਉਹ ਲੋਕ ਅੱਜ ਵੀ ਮੌਜੂਦ ਹਨ। जी जी आप बहुत आला की बात की माशाल्लाह। और एक और मसला ये भी है ना कि ये जो करबला का वाक़या आपको मिलता है ना, देखें कि जिस बंदे ने ये लिखी है ना उसका नाम है अबू मिखनिफ। ये बंदा करबला के 40 साल तकरीबन बाद में पैदा होता है और तकरीबन 119 साल बाद जो है ना इसके बाद ये किताब लिखी जाती है वाक़या करबला। अब ये बंदा खुद मौजूद भी नहीं करबला में, और इसकी जितनी कहानियाँ उस किताब में जिस तरह इसने करबला वाक़या करबला पेश किया है उसके अंदर कोई जो बंदे बचे थे ना उस वाक़या के अंदर कहीं उनके अल्फाज लिखे हों, इमाम ज़ैनुल आबिदीन के अल्फाज लिखे हों, या उनकी आल जो नस्ल थी वो बताती कि हमारे दादा के साथ, हमारे भाई के साथ, हमारे चाचा के साथ ये हुआ, तो वहाँ से आपको कोई भी रेफरेंस की हाँ नहीं मिलती। और वो ऐसे लिख रहा है कि वो जैसे करबला के मैदान में मौजूद था, शायर और शायरी भी लिख रहा है और ऐसी कहानी गढ़ रहा है कि ख़त लिखे गए, जासूस भी उनके अंदर थे। अच्छा, अफसोस की बात यह है कि इस अबू मिखनिफ दज्जाल कज़्ज़ाब कटर नंबर का जो शिया था, इसकी सारी बातें हमारी सुन्नी किताब में भी आई और शिया में भी आई। अब तारीख़ तबरी आप जहाँ भी खोलेंगे, जहाँ भी आपको करबला का नज़र आए उसके नीचे ये अबू मिखनिफ का नाम आपको मिलेगा। और इस तरह सर गढ़ी हुई रवायतें हैं, ये वाक़यात हुआ है, ये इंसिडेंट ऐसा हुआ है, लेकिन जो कहानियाँ गढ़ी गई ना उसके साथ इन इमोशनल ड्रामा गढ़ा गया कि वो। मेरे पास एक किताब है, अभी कुछ अर्सा पहले क्या हदीस आलम है, उनकी इंग्लिश में किताब है, उन्होंने एक अपेंडिक्स आखिरी पेज में बनाया है जहाँ पर उन्होंने एक सफ़े के अंदर ना पहली एडिशन अबू मिखनिफ की जो बनाई होती है उसके बाद कुम्मी लिखता है, और फिर तीसरी दोबारा अबू मिखनिफ की किताब कोई और लिखता है। अच्छा, जब दूसरी बार अबू मिखनिफ की किताब लिखी जाती है तो आप हैरान हो जाएंगे कि उसमें लिखा होता है कि ये 72 शोहदा ने 3550 बंदे कत्ल उधर मारे और फिर शहीद हुए। अब इस कहानी को देखें कहाँ ले गए। अगर 72 बंदे 3000 बंदों को मार सकते हैं तो इसकी कहानी में बहुत ज़्यादा झूठ गढ़ा गया है। और एक और तारीखी किताब में भी कुछ दिन पहले ही एक भाई ने हमें बताया कि हज़रत हुसैन रज़ी अल्लाह ताला अन्हु को कूफा से एक रवायत में 30 बंदे और एक रवायत में 60 बंदे वहाँ से आए थे जो इनको लेने के लिए आए थे, और रास्ते में ही ये शक पड़ रहा है कि इन 30 या 60 लोगों का भी किरदार इसके अंदर है कि इन लोगों ने उनको शहीद किया, और बाद में ना काफ़ी हद तक जो है कहानी भी गढ़ी गई है।
تو لہٰذا اس واقعہ کربلا کے بہت زیادہ خرابیاں آپ کو ملیں گی، اور ہمارے علماء کرام ظاہری بات ہے تحقیق نہیں کرتے، بعض اوقات وہ بتا دیتے ہیں یہ ساری کہانی نا، لیکن کتاب کے اندر آپ کو یہ چیزیں بڑی جو ہے نا کوشچنیبل ملیں گی کہ یہ بات سمجھ ہی نہیں آئے گی آپ کو کہ کیا لکھا ہوا ہے نا. تو اس کا بھی جو ہے نا بہت خیال کرنا. اور حضرت حسن کے بارے میں رضی اللہ تعالیٰ عنہ کے بارے میں نا، میں نے ابھی بھی کچھ دن پہلے کتاب انگلش میں ہی تھی، وہ بھی اس آتھر نے 10 پوائنٹ نا بنائے ہیں کہ جب حضرت حسن رضی اللہ تعالیٰ عنہ کی بیعت لے کر ان کی وفات تک، جب پہلے انہوں نے مطالبہ کیا حضرت حسن سے کہ آپ ہمارے خلیفہ بن جائیں، تو حضرت حسن نے 2 چیزیں ان کوفیوں کے سامنے رکھی تھی. ایک کہ جس سے میں چاہوں گا لڑنا ہے تم نے لڑنا ہے، دوسرا جس سے میں صلح کا کہوں گا تم نے صلح کرنی ہے. وہاں سے ان لوگوں کو پتہ چل گیا تھا کہ یہ گیم کچھ اور ہے، کیونکہ حضرت حسن رضی اللہ تعالیٰ نے یاد رہے کہ وہ بڑے ہی جو ہے نا دور تک ان کو اللہ نے بڑی دی ہوئی تھی، دانائی دی ہوئی تھی کہ وہ دیکھ سکتے تھے کہ آگے کیا ہونے والا. انہوں نے اپنے والد صاحب کو بھی کہا تھا کہ اس مسئلے میں نہ پڑے. ان کو پتا تھا کہ یہ جو ہم سے کہہ رہا ہے نا کہ جس سے میں صلح کروں. اچھا، حضرت معاویہ رضی اللہ تعالیٰ عنہ کی جنگ سے پہلے ہی انہوں نے حضرت حسن کے اوپر ایک بار جو ہے نا حملہ کیا، ان کو زخمی کر دیا، لیکن یہ بچ گئے. اس کے دوران بھی یہ اپنے پروپیگنڈا کرتے رہے، اور اینڈ میں اس کتاب میں یہاں تک لکھا کہ حضرت حسن نے جب فیصلہ کیا کہ میں نے حضرت معاویہ کے پاس جانا ہے، اپنے ساتھیوں کو انہوں نے یہ بتا دیا تھا کہ میں نے وہاں جا کر میں نے بیعت ایک سلطنت ان کے ہاتھ دینی ہے، اور ان کوفیوں کو اس کے ہاتھ میں نے رگڑا لگانا ہے، کیونکہ یہ فساد ہے، یہ جو ہے نا ہر طرف خون خرابہ کرنے والے ہیں. تو حضرت حسن نے پہلے ہی یہ سوچ لیا تھا کہ اگر جیسا میری طرف اگر کوئی ایسا مطالبہ آیا تو میں نے مان لینا ہے. اور پھر آخری دن میں جب حضرت حسن کی جب وہ زہر دیا گیا اور آخری دن تھا ان کا، انہوں نے اپنے بھائی کو ایک وصیت کی. اس وصیت بڑی مطلب ایک سوچنے والی. انہوں نے کہا بھائی میرے یاد رکھنا کہ صدیق رضی اللہ تعالیٰ عنہ کو جب اللہ نے خلیفہ بنایا، ہمارے والد کا ابھی چاہت تھی کہ خلیفہ بنے، لیکن اللہ نے ان کو بنا دیا. پھر اسی طرح اللہ نے حضرت عمر کو بنا دیا، پھر حضرت عثمان، اور پھر اینڈ میں ہمارے والد محترم کو جو اللہ نے خلافت دی. لیکن فتنہ بہت بڑا تھا. ہمارے والد جو ہے پوری طرح سے سلطنت یعنی خلافت کو کنٹرول نہ کر سکے، حتیٰ کہ ان کو تلوار بھی اٹھانی پڑی. اب وہ بھائی کو یہ کہہ رہے ہیں کہ بھائی کہ مجھے یہ لگتا ہے کہ اللہ تعالیٰ نے ہمیں خلافت نہیں دینی، اور وارننگ کیا دی ہے؟ وارننگ یہ دی ہے کہ میرے بھائی کہ خبردار کہ کوفیوں کے ہاتھوں تو دوبارہ ان کی باتیں سن کے ان کے پاس چلا جائے. یہ لوگ جو ہیں سراسر جو ہے نا اس ایک ہپوکریٹ ہیں، منافق ہیں، اور ان کی کہنے پہ کبھی بھی کوفہ اور ان کی ہاتھوں میں نہ آنا. یہ ان کے الفاظ تھے اپنے بھائی کے لیے. اور لیکن ہوا کیا کہ کوفیوں نے ایسے پروپیگنڈا کھیلا کہ یہ پھر ان کے ہاتھوں میں آ گئے اور وہاں جانے کے لیے تیار ہو گئے. تو یہ پورا پروپیگنڈا تھا کوفیوں کا شروع دن سے، جب سے جو ہے نا حضرت علی رضی اللہ تعالیٰ نے جب جنگ جمل میں ان کے جو ہے صفائی کی، اور پھر حضرت حسن نے جب بیعت کر لی، تو یہ ان کا سارا. تو یہ یاد رہے کہ ان لوگوں کا بہت بڑا کردار ہے. ہم نہیں کہتے کہ یزید کو جو ہم اس کو اچھا بھی نہیں کہتے اور برا بھی نہیں کہتے، اس کا معاملہ تو اللہ کے ہاں جو ہماری جو دفاع وہ صحابہ تک ہے. لیکن جہاں یزید کے بارے میں کہا جاتا ہے، یہ بھی اس سے کم نہیں ہے، بلکہ یہ فرسٹ ہینڈ ان لوگوں کا ہی ہاتھ تھا جو کچھ یہ ہوا ہے نا. اور پھر حضرت زین العابدین جو ہیں ان کے ہاں دیکھیں جب واقعہ خرہ ہوتا ہے، وہ بیعت بھی کرتے ہیں یزید کی، پھر واقعہ خرہ ہوتا ہے، اتنا بڑا واقعہ ہوتا ہے کہ مدینہ اٹھ کھلتا ہے یزید کے خلاف. تو اگر والد محترم کے ساتھ اتنا ظلم ہوا ہوتا تو وہ اس وقت تو وہ چانس تھا ان کا فوری بیعت توڑتے اور مدینہ کے ساتھ چلے جاتے، مدینہ کے لوگوں کے ساتھ. انہوں نے بیعت نہیں توڑی. تو یہ کچھ چیزیں ایسی ملتی ہیں کہ بندہ سوچ میں پڑ جاتا ہے کہ حقیقت کیا ہے، لیکن حقیقت شاید وہ جو ہے کتابی شکل میں بھی پوری نہیں مل پا رہی. اور لوگ ہم جو ہیں بس سنی سنائی باتوں پہ بعض اوقات اپنا جو ہے نا مائنڈ بنا لیتے ہیں. تو یہ میری جو تحقیق ہے نا اپنے ساتھیوں کے ساتھ جو دیکھی ہے وہ یہ چیزیں ملی ہیں ہمیں. السلام علیکم. ماشاءاللہ جی میں نے کی چل پیا وا کو تھوڑا ہی نہ دسو، پریشانی ہوئی پئی ہے مینوں. جی بات ہو رہی تھی حضرت معاویہ کی، اور لوگ حدیث لے کے آتے ہیں کہ ان کو باغی کہتے ہیں. تو وہ ادھر عامر بھائی اور بارے لگے ہوئے تھے. ہم نے بتایا کہ ایسی بات نہیں ہے. مرزا انجینئر جو ہے لوگوں کو یہ گمراہ کرتا ہے غلط حدیث بیان کر کے. لوگ سمجھتے ہیں کہ معاویہ رضی اللہ تعالیٰ عنہ باغی تھے. میں ایک عرض کروں، چھوٹا منہ بڑی بات، بہت چھوٹا بندہ ہوں آپ کے مقابلے میں. ماشاءاللہ آپ تو بہت بڑے لوگ بیٹھے ہوئے ہیں. حضرت عثمان غنی کو شہید کرنے والے کون تھے؟ وہ باغی نہیں تھے؟ وہی باغی تھے. اور جب حضرت علی نے پوچھا بھی، حضرت امام جب ان کو
मस्जिद नबी में शायद इकट्ठे हुए हैं, तो पूछा कि किसने कत्ल किया है, किसने शहीद किया है, तो पूरी मस्जिद उठ के बैठ गई, हाँ जी हमने किया। तो बाद में वो जो बागी थे वो किसके ग्रोह में शामिल हुए? बिल्कुल हजरत अली के ग्रोह में शामिल हो गए थे। थैंक यू वेरी मच। हजरत अमीर माविया उनका बहुत बड़ा मुकाम है। हजरत अली कुछ छोटी शख्सियत नहीं है, हजरत इमाम हुसैन की छोटी बहुत बड़ी शख्सियत है। मैं मानता हूं कि हजरत अमीर माविया का उनके साथ कोई मुआवजा नहीं है, लेकिन अगर कोई बंदा बिल्कुल हजरत अमीर माविया को रद्द कर दे, वो मुसलमान ही नहीं है। जी हजरत अमीर माविया का बड़ा मुकाम है, और जो उन्होंने अपनी खिलाफत में काम किए हैं, बताएं मुझे किसी और की खिलाफत में इतने काम इसका मतलब तो यही है ना फिर कि बागी होने से बंदा काफिर तो नहीं ना हो जाता। नहीं, सबसे बड़ी बात यह है कि वो बागी जो थे वो हजरत अमीर माविया की तरफ नहीं थे, वो हजरत अली की तरफ ही थे, और हजरत अली को उन्होंने अपने हाथों में लिया। हजरत अली को तो उन्होंने मेरा ख्याल है कि मौका ही नहीं दिया। नहीं, बागी सारे हजरत अली की ये मतलब ये कहाँ से मेरे ख्याल में जो देखो, मैं पहले अर्ज किया कि आप लोग मेरी अर्ज सुने बिलाल भाई मेरी अर्ज सुने आपने बात की, यहाँ से आपकी बात को बिलाल भाई मेरी अर्ज सुने, बिलाल भाई मेरी अर्ज आप ये कहें कि मुझे नहीं पता इस बारे में। बिलाल भाई मेरी अर्ज सुने, बिलाल भाई मेरी अर्ज सुन ले प्लीज। मैंने पहले अर्ज किया कि मेरा और आप लोगों का मुकाबला कोई नहीं है, मैं तो आपके नीचे बैठने वाला सुनने वाला हूं, लेकिन मैं ये सिर्फ अर्ज करना चाह रहा हूं, क्या हजरत उस्मान गनी की शहादत कुछ छोटी शहादत थी? क्या हजरत अमीर माविया का जो मुतालबा था कि उनके कातलों को पहले गिरफ्तार किया जाए, उनको पकड़ा जाए, क्या उनका गलत था? वो उनका जो हजरत अली से मुतालबा था, आप उनको बगावत बोलेंगे हजरत अमीर माविया की? अगर एक बंदा कह रहा कि पहला ये काम है इनको पकड़ो, कि एक खलीफा वक्त को शहीद किया गया, तो उनकी बात गलत थी। चलो ए मौजू मर्जियां लेके चलो ए शिमर में बहुत परेशान हूं यहाँ पे मैं खुद बड़ा परेशान हूं यहाँ पे बात करें छोड़े। अच्छा छोड़े, शिमर भी कोई छोटी शख्सियत नहीं थी, शिमर भी बहुत बड़ी शख्सियत थी, और बकायदा सिपासलार भी था। तो बस छोड़े अब बात करी जाएगी। और हजरत अली का साला था वो। तो भाई हजरत अली का साला होने से, यहाँ हजाज बिन यूसुफ का हजरत मुआविया की या यजीद की फौज में होने से, ये किसी को रिश्ता, अल्लाह के नबी ने फरमाया है फातिमा मेरे माल से जो कुछ लेना है ले ले, क़यामत के दिन अगर अल्लाह ने तेरे किसी अमल के एवज तुझे पकड़ लिया तो मेरा यानी तेरी निस्बत होना, रिश्तेदारी होना तेरे कुछ काम ही आएगा। किसी की निस्बत कोई या किसी की तरफ होने से किसी का कोई नहीं मामला होता। ये चीजें बिलाल भाई उनके कहने का मकसद ये है सिर्फ इतना ही कि ये दोनों तरफ ही ऐसी चीजें हैं, लेकिन हमेशा से होता यही आया है कि बस एक ही ग्रोह को टारगेट किया जाता है, जबकि दूसरे ग्रोह को नहीं। थैंक यू। दूसरे ग्रोह को जब भी टारगेट करने की कोशिश करेंगे तो आपके ऊपर नाश भी होने का फतवा लग जाएगा। थैंक यू। ये है देखें अबू बकर मीर भाई, ये बात तो आप भी जानते हैं और मैं भी जानता हूँ, सब जानते हैं। हजरत अली रज़ी अल्लाह तआला अन्हु जो थे वो खलीफा राशिद थे, वो बाकायदा लोगों के मशवरे से, बामी मशवरे से उनको चुना गया था, कोई ऐसी बात नहीं। हजरत मुआविया जो थे वो एक उस्मान भी तो खलीफा राशिद ही थे ना। हजरत उस्मान के कातिलों को तो मैं बिल्कुल लानती समझता हूँ, इसमें तो कोई दो राय नहीं है। किसी साहबी का वो सारे कातिल नहीं है। हजरत उस्मान के सारे कातिल कहाँ थे बता सकते हैं? हजरत अली के पास, हजरत अली की गोद में बैठे हुए। हेलो भाइयों को बताता हूँ, बैठा हुआ था। नहीं ये ना कहीं हजरत अली के बारे में कैसे बात करें भाई, उनकी गोद में बैठे हुए थे। बिल्कुल उनके साथ नहीं थे, उनकी गोद में कोई नहीं बैठा। राणा साहब बस करो, राणा साहब अच्छा मैं आप अपने अल्फाज को थोड़ा कंट्रोल करें। छोटी सी मिसाल देता हूँ, यार गोद से मुराद ये होता है कि उनके पैरों में थी। मैं राणा आपको साहब एक मिनट, राणा इतना भी नहीं ना, साहब इतना भी बिलाल साहब अपने नॉलेज का इतना भी घमंड ना करे कि अगर मैं अल्फाज को बोल रहा हूँ, मैं कोई गुस्ताखी नहीं कर रहा हजरत अली की शान में। हजरत अली की कुर्बान है मेरी जान। सुनिए मैं आपको समझाता हूँ। मेरी बात सुने राणा साहब, मेरी बात सुने। बात ये है कि अमीर माविया रज़ी अल्लाह तआला अन्हु को बागी कह देना इससे कुछ नहीं होता, लेकिन हजरत अली रज़ी अल्लाह तआला अन्हु के बारे में अगर छोटी सी बात करेंगे तो आप नाश भी हो जाएंगे, मत करें। हाँ जी ऐसा ही है। मैं एक और अबू बकर मीर भाई, मैंने ये बात नहीं की
क्या मैंने ये कहा कि हजरत माविया की गोद में बैठा था हज्जाज बिन यूसुफ? बागी हजरत कहना माविया की छोटी गोद में बात है। बैठे थे जितने दूसरे हजरत अली के बुग़्ज़ रखने वाले थे। क्या मैंने भाई ये बात की है? हजरत अमीर माविया को बागी कहना कोई छोटी बात है? भाई क्यों नहीं कह सकते? आप बताएं, चले आप मुझे तो बता फिर हजरत अली को क्यों नहीं कह सकते? चले आप बताएं। हजरत अली ने कभी हुक्मरान ने, हाँ ये है असल बात। हाँ ये हजरत है अली नासिर ने होने का किसके फतवा। खिलाफ इस पे बगावत की? लगता है बताएं नासिर जरा, होने का नाम लें। फतवा। हजरत अली ने जो फाइट किया हजरत अम्मा आयशा सदीका से गलत किया या सही किया? ये मैंने हाँ, कहा है बिल्कुल ना कि किया, अमीर बिल्कुल, माविया बिल्कुल, के बारे में जंग अगर जमल हुई है। बात करें तो कुछ नहीं होगा, मैं लेकिन थोड़ी हजरत सी अली के बात बारे में बताता बात करेंगे तो नास भी होने का फतवा हजरत लगेगा। अली ने बात जंग इससे जमल बुरा की है, हजरत अली ने जंग नहरवान लड़ी है, हजरत अली ने जंग सफीन लड़ी है। भाई ये दो रुखी छोड़ दे बिलाल भाई, ये दो रुखी है। अगर कोई अगर दो हजरत रुखी अली नहीं का है। वो रुतबा है तो हजरत अमीर माविया को भी ऐसा ही चुना गया था जैसे साहब, हजरत अबू बकर को, हजरत उमर को, हजरत उस्मान को ऐसे ही तो चुना हजरत गया अली के था। माविया का हजरत रुतबा इतना माविया नहीं है एक कि सूबे उनको के बागी गवर्नर कहा जा थे। सकता है। भाइयों को ना हाँ जी। एक बात बताता हूँ। हजरत देखो, अमीर माविया को बागी कहा जा सकता है, कोई फर्क नहीं पड़ता। जी जी अच्छा चल ठीक है, मैं कहता हूँ फिर फिर इंजीनियर मोहम्मद अली मिर्जा और बिलाल हनीफ के अलावा जिसने कहा है बागी, फिर वो क्या है? मैं मीर छोड़ दे, साहब छोड़ आपसे दे। एक सवाल नहीं, करना नहीं, चाहता अब हूँ। फतवा दें मीर आप। साहब मैं वो आपसे जाहिल एक है। सवाल करना चाहता हूँ। मैं ये जिसने कहता उनको हूँ बागी कहा है, वो जाहिल है। मैं ये कहता हूँ कि जो इन चीजों को हवा देता है ना, उससे बड़ा हवा जाहिल देना गलत है। मीर मैं साहब, कहता हूँ हजरत माविया मीर को साहब, लान मैं- तान करना मीर साहब, माअज़ल्लाह सहाबी रसूल मीर है, साहब, उसके सबसे बारे में बड़ा गलत बात जाहिल करना, वो शख्स है कि मैं जो इसकी मजम्मत चीजों करता को हूँ। छेड़ता है। लेकिन मीर साहब, जिसने हजरत माविया को फिर मिर्जा बागी कहा, अली उसके के बारे में में से फिर एक है। राय कायम करे ना। इस मीर वक्त का दिज्जाल और सबसे बड़ा जाहिल इंसान है वो मिर्जा इंजीनियर है। बिल्कुल आप मीर कहते साहब, रहे हैं अबू बकर मीर भाई, मैंने मीर कभी नहीं रोका साहब, किसी को। बिलाल साहब, मैंने मीर साहब से एक सवाल करना है। बिलाल साहब प्लीज, जिसने हजरत प्लीज। माविया के बारे में यह लफ्ज इस्तेमाल प्लीज। किया बगावत का, उसके बारे में राय कायम करे ना जरा आप। बाकी मैं सवाल इसका करना चाहता हूँ सबसे बड़ा फितना है वो है मिर्जा इंजीनियर। होगा मैं- भाई, मुझे इससे कोई फर्क नहीं पड़ता यार, मुझे कोई फर्क नहीं पड़ता। मीर साहब एक सवाल मेरे है दिल मेरा। में फिर मीर भी साहब, आपकी इज्जत है, क्योंकि आपसे मैंने बहुत सीखा, आप मेरे उस्ताद हैं, मुझे कोई नहीं मसला, मेरी आपसे लड़ाई नहीं है। इंजीनियर मेरी तरफ से आप उसको नहीं, बुरा हम नहीं यही कहते हैं ना, देखिए ये सोच ही उसने छोड़ा है कि एक तरफ हक है एक तरफ बातल है। आप हक के साथ है या बातल? ये सवाल करने वाला इससे बड़ा जाहिल कौन भाई। है? ये बात तो मिर्जा अशरफ इंजीनियर। कादरी ने की थी, एज वेल अशरफ कादरी ने भी की थी कि अगर हम इमाम हजरत अली के दौर में जिंदा होते, वो कादरी बरेलवी है, खादम रिजवी के पार्टी का तो था हम वो। तो कहते हैं ना कि ये उसने कहा सवाल कि हम जहालत- होते हैं हजरत जहालत अली पे के मबनी है, खिलाफ, चाहे जिसने भी और किया हो। मौला अली के खिलाफ हम तलवार मौला हजरत माविया के खिलाफ भाई तलवार उठाते। जिसने भी ये सवाल किया है उसने जहालत का सबूत दिया है। ये और सवाल इस नहीं वक्त किया, ये मौजूदा अशरफ जो जाहिल है कादरी की वो वीडियो दिखा मिर्जा दूंगा मैं इंजीनियर आपको। मिर्जा मीर साहब, इंजीनियर मेरा- इस वक्त मौजूदा जाहिल। मीर साहब मेरा एक सवाल है आपसे। चले छोड़े इस बहस को, ये छोड़ दें। अच्छा, मैं बिलाल साहब एक सवाल करना चाहता हूँ मीर साहब से। ये बाहर आ रही है हजरत अली यार के बारे छोड़ो में यार, इस तरह मर्ज़ियों ना कहिएगा, को मेहरबानी डिस्कस आप। करो। मीर साहब मेरा एक सवाल तो ले लो प्लीज यार, मेरा भी सवाल, मैं भी मतलब बैठा है थे, मैं भी टिकट लेती है। मुझे सिर्फ एक बात बता दें, क्या इंडियन मुसलमान, पाकिस्तानी मुसलमान, बांग्लादेश के मुसलमान, इनको ही ज्यादा तकलीफ है हजरत अली की या हजरत इमाम हुसैन की, या कूफे वो वालों सारे को? मुसलमान ऐसी मेरी बैठे यार हैं। सुने, मेरा सवाल कंप्लीट होने दे। या कूफे वालों को, अराकियों को, अरानियों को, जो अरब हैं, जो जहां पर पैदा हुए हजरत हुसैन या हजरत हसन, ये सारी फैमिली, वहां पर इतनी तकलीफ नहीं है आज तक, जो सिर्फ ये कूफे में और ईरान में और कुछ ग्रोह पाकिस्तान में और कुछ ग्रोह इंडिया में है। इनको ज्यादा तकलीफ क्यों है? जो जहां पर उन्होंने पैदाइश है, जहां पर उनकी पैदाइश है, जहां पर वो पले बड़े हैं, उन लोगों को इतनी तकलीफ नहीं है। ये सारी कहानी है, ये सारी स्टोरी है, शहादत हुई है, इसमें कोई शक नहीं है, बड़ा जुल्म हुआ है। लेकिन अगर ये कहा जाए कि ये यजीद की सारी फौज के काम है, नहीं, ये कूफियों का काम है, उनके अपने हमदर्दों का, जिन्होंने वहां पर 40 लेके भेजा और उसके बाद फिर उनको पूछा भी नहीं, खुद ही मरवा दिया। कोई मरज़ई है जो लियावो इस मौजू ਨੂੰ छोड़ो, कोई मरज़ई है ਅਸੀਂ ਤੇ ਮੈਂ ਤੇ ਖੁਦ ਪਰੇਸ਼ਾਨ ਆ ਕੱਲ ਦਾ ਕਿ ਇਸ ਬਰਾੜ ਤੇ ਹੋ ਕੀ ਰਿਹਾ ਵਾ। ਮੈਂ ਤੇ ਕਦੀ ਗੱਲ ਵੀ ਨਹੀਂ ਕਰਦਾ ਇੱਥੇ ਇਸ ਟੌਪਿਕ ਦੇ ਉੱਤੇ। ਮੈਂ ਬਹੁਤ ਪਰੇਸ਼ਾਨ ਆ ਕਿ ਯਾ ਅੱਲਾ ਖੈਰ ਹੋਵੇ, ਕਿੱਧਰ ਤੁਰ ਪਏ ਨੇ, ਕੱਲ ਨੂੰ ਆਪਸ ਚ ਫਸਾਦ ਹੋ ਜਾਣੇ ਨੇ। ਹੈ ਕੋਈ ਮਰਜ਼ਈ ਤੇ ਲਿਆਓ ਸਾਹਮਣੇ। ਜੁਰਤ ਹੀ ਨਹੀਂ ਹੈ ਕਿਸੇ ਮਰਜ਼ੀ ਦੀ ਤੁਹਾਡੇ ਸਾਹਮਣੇ ਆਉਣ ਦੀ ਅੱਲਾ ਦੇ ਹੁਕਮ ਨਾਲ। ਤੇ ਫਿਰ ਅਸੀਂ ਚਲੀਏ ਮਰਜ਼ਈਆਂ ਕੋਲ। ਯਾਰ ਮੈਨੂੰ ਨਹੀਂ ਜਵਾਬ ਦਿੰਦੇ ਵੀ ਹੋ ਕੀ ਰਿਹਾ ਵਾ 2 ਦਿਨ ਤੋਂ ਇੱਥੇ। ਅੱਗੇ ਪਰੇਸ਼ਾਨ ਆ। ਨਹੀਂ ਅੱਗੇ ਜਵਾਬ ਦਿਓ ਨਾ, ਤੁਹਾਨੂੰ ਮਰਜ਼ਈਆਂ ਨੇ ਚੁੱਕਣਾ ਕੋਈ ਨਹੀਂ।
ਮੈਂ ਉੱਥੇ ਹੁਣੇ ਬਰਾੜ ਦੇ ਨਾਲ ਹੋਣੀ ਸੀ ਨਾ ਮਾਸ਼ਾਅੱਲਾ ਸਾਰੇ ਬੱਬਰ ਸ਼ੇਰ ਬੈਠੇ ਹੋ। ਮਿਰਜ਼ਾਈ ਤੋਂ ਪਹਿਲੇ ਫੋਟੋ ਬੱਬਰ ਸ਼ੇਰ ਦੇ ਵੇਖ ਕੇ ਦੱਸ ਜਾਂਦਾ ਉਹ ਵੇਖਦਾ ਉੱਥੇ ਸ਼ੇਰ ਬੈਠੇ। ਮੈਂ ਉੱਥੇ ਥੱਲੇ ਇੱਕ ਕਮੈਂਟ ਲਿਖਿਆ ਸੀ ਕਿ ਮਿਰਜ਼ਾ ਕਾਦੀਆਨੀ ਜਿਹੜਾ ਨਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜੁੱਤੀਆਂ ਦੀ ਖਾਕ ਬਰਾਬਰ ਵੀ ਨਹੀਂ ਗੱਲ ਹੋਈ। ਇਹਦੇ ਚ ਕਿਹੜੀ ਕੋਈ ਬੁਰਾਈ ਕੀ ਸੀ? ਉਹਨਾਂ ਨੇ ਰਾਈਟ ਵੇ ਮੈਨੂੰ ਮਿਊਟ ਕਰਤਾ। ਆਹੋ ਛੱਡ ਦਿਓ, ਥੱਲੇ ਵੀ ਕਮੈਂਟ ਆ ਰਹੇ ਨੇ, ਉਹ ਕਹਿ ਰਹੇ ਨੇ ਅੰਦਰ ਕਾ ਨਸ ਵੀ ਨਿਕਲ ਆਤਾ ਹੈ। ਛੱਡ ਦਿਓ ਇਸ ਮੌਜੂ ਨੂੰ, ਨਸ ਵੀ ਹੁੰਦੇ ਫਤਵੇ ਲੱਗ ਜਾਣਗੇ, ਨਾ ਕਰਿਆ ਜੇ ਹੁਣ। ਹੂ ਕੇਅਰ? ਮੇਰੀ ਜਾਨ ਕੁਰਬਾਨ ਜੇ ਤੁਹਾਡੇ ਸਾਰਿਆਂ ਤੋਂ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁल्लाह। ਆਈ ਲਵ ਯੂ ਗਾਇਜ਼। ਠੀਕ ਹੋ ਗਿਆ। ਜ਼ਿੰਦਗੀ ਹੋ ਮੇਰੀ ਲਾਈਫ ਹੋ ਤੁਸੀਂ ਲੋਕ ਜਿਹੜੇ ਰੱਦੇ ਕਾਦੀਨੇ ਤੇ ਕੰਮ ਕਰਦੇ ਪਏ ਹੋ। ਮੇਰੇ ਸਾਰਾ ਕੁਝ ਤੁਸੀਂ ਹੋ, ਮੇਰੇ ਬਜ਼ੁਰਗ, ਮੇਰੇ ਵੱਡੇ, ਮੇਰਾ ਸਾਰਾ ਕੁਛ ਆਲਾ। ਅੱਲਾ ਦੀ ਕਸਮ ਹੈ ਖੁਸ਼ ਹੋਈ ਨਾ ਤੁਹਾਨੂੰ ਆਵਾਜ਼ ਸੁਣ ਕੇ ਖੁਸ਼ ਹੋਈ ਨਾ, ਤਬੀਅਤ ਖੁਸ਼ ਹੋ ਜਾਂਦੀ, ਬਾਗ ਹੋ ਜਾਂਦੀ। ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇਵੇ ਔਰ ਅੱਲਾਹ ਤਾਲਾ ਮੈਨੂੰ ਇਸੇ ਤਰ੍ਹਾਂ ਹੀ ਤੁਹਾਡੇ ਕੋਲ ਬੈਠਣ ਦੀ ਤੌਫੀਕ ਦੇਵੇ। ਆਈ ਲਵ ਯੂ ਸੋ ਮਚ। ਮੇਰੇ ਕੋਲ ਇਸ ਤੋਂ ਬਾਅਦ ਗੱਲ ਨਹੀਂ ਹੋਣੀ, ਮੈਂ ਥੱਲੇ ਜਾ ਰਿਹਾ। ਖੁਸ਼ ਰਵੋ। ਬਲਾਲ ਸਾਹਿਬ ਮੇਰੀ ਕੋਈ ਗੱਲ ਬੁਰੀ ਲੱਗੀ ਹੋਏ ਮੈਂ ਮਾਜ਼ਰਤ ਚਾਹਨਾ, ਲੇਕਿਨ ਮੇਰੀ ਜਾਨ ਕੁਰਬਾਨ ਹੈ ਸੁਹਾਬਾ ਤੋਂ ਔਰ ਅਹਿਲੇ ਬੈਤ ਤੋਂ। ਜਿਹੜਾ ਇਹਨਾਂ ਦੇ ਬਾਰੇ ਚ ਜ਼ਰਾ ਜਿਹਾ ਗੁਮਾਨ ਵੀ ਕਰਦਾ ਨਾ, ਮੈਂ ਕਹਿੰਦਾ ਉਹ ਲਾਨਤੀ ਹੈ। ਦੋਨਾਂ ਦੇ ਬਾਰੇ ਚ ਕੋਈ ਵੀ ਜਿਹੜਾ ਗੁਮਾਨ ਕਰੇ ਉਹ ਲਾਨਤੀ ਹੈ, ਉਹ ਮੁਸਲਮਾਨ ਕੁਰਾਨ ਦਾ ਹੱਕਦਾਰ ਹੀ ਨਹੀਂਗਾ। ਖੁਦਾ ਹਾਫਿਜ਼। ਸਿਆਲ ਭਾਈ ਕੋਈ ਸੁਣਾਓ ਜੀ ਗੱਲ ਮਰਜ਼ਈਆਂ ਦੀ। ਮੈਂ ਅੱਜ ਕੱਲ ਪੜ੍ਹ ਰਿਹਾ ਦੂਸਰਾ ਬਾਈਬਲ ਹੀ ਪੜ੍ਹ ਰਿਹਾ, ਤੇ ਉਹ ਜ਼ਿਆਦਾ ਪੜ੍ਹਨ ਨਾਲ ਬਿਲਕੁਲ ਹੀ ਗੱਲ ਹੀ ਨਹੀਂ ਹੁੰਦੀ ਪਈ। ਅਸਲ ਦੇ ਵਿੱਚ ਮਸਲਾ ਮੇਰੇ ਹੋਇਆ ਕਿ ਜਦੋਂ ਬੰਦਾ ਲਗਾਤਾਰ ਕੋਈ ਪੜ੍ਹ ਰਿਹਾ ਹੋਵੇ ਨਾ ਤੇ ਉਹਦੇ ਜ਼ਿਹਨ ਤੇ ਉਹੀ ਆ ਵੀ। ਸਿਆਲ ਭਾਈ ਰੁਕ ਜਾਓ, ਕਰ ਲਿਓ ਗੱਲ। ਮਾਜ਼ਰ ਚੰਨਾ ਰਾਣਾ ਸਾਹਿਬ ਗੱਲ ਕਰਕੇ ਗਏ ਨੇ ਫਲਾਣਾ ਲਾਂਤੀ ਟਮਕਾਣਾ ਲਾਂਤੀ। ਠੀਕ ਹੈ, ਗੱਲ ਅੱਛੀ ਗੱਲ ਹੈ। ਕਿਸੇ ਹਿਸਾਬ ਦੀ ਤਾਂ ਲਾਨ ਤਾਨ ਨਹੀਂ ਕਰਨਾ ਚਾਹੀਦਾ, ਮੈਂ ਬਿਲਕੁਲ ਇਸ ਗੱਲ ਦੇ ਨਾਲ। ਜਿਹੜਾ ਬੰਦਾ ਲੇਕਿਨ ਇਹ ਅਲਫਾਜ਼ ਨਾ ਮੌਲਾ ਅਲੀ ਦੇ ਬਾਰੇ ਚ ਵੀ ਉਹਨਾਂ ਦੀ ਗੋਚ ਬਹਿ ਕੇ ਫਲਾਣੇ, ਉਹਨਾਂ ਦੀ ਗੋਚ ਕੋਈ ਨਹੀਂ ਬੈਠਾ। ਮੌਲਾ ਅਲੀ ਇਸਲਾਮ ਦੇ ਬਾਰੇ ਚ ਜਦੋਂ ਕੋਈ ਚੀਜ਼ ਨਹੀਂ ਨਾ ਲੱਭਦੀ ਤਾਂ ਫਿਰ ਅਸੀਂ ਕਹਿੰਦੇ ਨਹੀਂ ਦੋਵਾਂ ਨੂੰ ਬਰਾਬਰ। ਬਈ ਨਹੀਂ ਬਰਾਬਰ ਹੋ ਸਕਦੇ, ਕਿਆਮਤ ਤੱਕ ਦੋਵੇਂ ਨਹੀਂ ਬਰਾਬਰ ਹੋ ਸਕਦੇ। ਜਿਹਦੀ ਗਲਤੀ ਜਿੰਨੀ ਹੈ ਉਨੀ ਮੰਨੋ। ਅਗਰ ਮੌਲਾ ਅਲੀ ਦਾ ਕੋਈ ਗਲਤੀ ਨਹੀਂ ਹੈ, ਕਿੱਦਾਂ ਕਦੀ ਉਹਨਾਂ ਦੀ ਗਲਤੀ ਹੈ ਕੋਈ ਫਲਾਣੀ, ਠੀਕ ਹੈ ਉਹਨਾਂ ਦੀ ਗਲਤੀ ਹੈ ਫਲਾਣਾ। ਜਾਂ ਤਾਂ ਫਿਰ ਤੁਸੀਂ ਏਦਾਂ ਕਰੋ, ਜਾਂ ਤਾਂ ਤੁਸੀਂ ਉਹਨਾਂ ਨੂੰ ਭਰਾਵਾਂ ਨੇ ਮਾਸੂਮੀਨ ਬਣਾ ਲੈਣਾ, ਤੁਸੀਂ ਵੀ ਮਾਸੂਮ ਬਣਾ ਲਓ ਸਾਹਿਬ। ਬਿਲਾਲ ਭਾਈ ਹਜ਼ਰਤ ਉਸਮਾਨ ਦੇ ਸ਼ਹੀਦਾਂ ਨੂੰ ਆਪਣਾ ਕਾਤਲਾਂ ਨੂੰ ਪਨਾਹ ਦੇਣਾ ਜਾਂ ਉਹਨਾਂ ਨੂੰ ਆਪਣੇ ਨਾਮ ਕੋਈ ਪਨਾਹ ਨਹੀਂ ਦਿੱਤੀ। ਦਿਖਾਓ ਕਿੱਥੇ ਹੈ, ਦਿਖਾਓ। ਸ਼ਿਮਰ ਕੌਣ ਸੀ? ਦਿਖਾਓ ਨਾ ਪਨਾਹ ਦਿੱਤੀ। ਮਾਲਕ ਇਸਤਰ ਕੌਣ ਸੀ? ਮਾਲਕ ਉਹਨਾਂ ਨੇ ਕਿਹਾ ਕਿ ਬਦਲਾ ਲੈਣਾ ਹੈ, ਤੁਸੀਂ ਮੇਰੀ ਬੈਤ ਕਰੋ, ਪਹਿਲਾਂ ਬੈਤ ਕਰੋਗੇ, ਮਜ਼ਬੂਤ ਕਰੋਗੇ ਮੈਨੂੰ, ਫਿਰ ਹੀ ਕਸਾਸ ਲੈ। ਕਸਾਸ ਏਦਾਂ ਲੈ ਜਾਂਦੇ ਆ। ਅੱਛਾ ਚਲੋ ਮਾਲਕ ਦੀ ਬੈਤ ਨਹੀਂ ਕਰਨੀ, ਪਹਿਲਾਂ ਤੂੰ ਬਦਲਾ ਲੈ, ਕਸਾਸ ਲੈ, ਫਿਰ ਤੇਰੀ ਬੈਤ ਕਰਾਂਗਾ। ਨਾ ਕਿਹਾ ਪੂਰੀ ਸੋ ਜਾ ਕੇ ਦੱਸੋ ਮਾਲਕ ਇਸਤਰ ਮੁਆਵੀਆ ਨੇ। ਅੱਛਾ ਮਾਲਕ ਇਸਤਰ ਨੇ ਕਿਦੋਂ ਬਦਲਾ ਲਿਆ ਸ਼ਿਮਰ ਦੇ ਖਿਲਾਫ? ਅੱਛਾ ਦੱਸਦੇ ਨਹੀਂ ਪਏ। ਮਾਲਕ ਇਸਤਰ ਕੌਣ ਸੀ ਭਾਈ? ਮੈਂ ਕਹਿੰਦਾ ਕਿਦੋਂ ਲਿਆ ਬਦਲਾ? ਅੱਛਾ ਸ਼ਿਮਰ ਕੌਣ ਸੀ? ਜਦੋਂ ਸੁਣ ਲਓ ਅਬੂ ਬਕਰ ਭਾਈ, ਜਦੋਂ ਤੁਸੀਂ ਇੱਕ ਬੰਦੇ ਦੀ ਬੈਤ ਨਹੀਂ ਕੀਤੀ, ਉਹਦੇ ਕੋਲ ਤੁਸੀਂ ਕਿਸ ਤਰ੍ਹਾਂ ਮੁਤਾਲਬਾ ਕਰ ਸਕਦੇ ਵੀ ਉਹ ਕਸਾਸ ਲਵੇ? ਅੱਛਾ ਮਾਲਕ ਇਸਤਰ ਭਾਈ ਮੈਂ ਮਾਲਕ ਇਸਤਰ ਦਾ ਪੁੱਛਿਆ ਹੀ ਨਹੀਂ ਤੁਹਾਡੇ ਕੋਲ। ਬੈਤ ਲੈਣ ਤੋਂ ਬਗੈਰ, ਕਿਸੇ ਬੰਦੇ ਦੀ ਬੈਤ ਕਰਨ ਤੋਂ ਬਗੈਰ ਉਹਦੇ ਕੋਲ ਤੁਸੀਂ ਇਹ ਡਿਮਾਂਡ ਰੱਖ ਰਹੇ ਹੋ ਕਿ ਤੁਸੀਂ ਉਹਦਾ ਬਦਲਾ ਲਓ, ਕਸਾਸ ਲਓ ਹਜ਼ਰਤ ਉਸਮਾਨ ਦਾ। ਕਿਆ ਹਜ਼ਰਤ ਉਸਮਾਨ ਦੇ ਕਾਤਲਾਂ ਦਾ ਨਾਮ ਹੈ ਸੀਗਾ, ਕਿਤੇ ਮੌਜੂਦ ਸੀ? ਬਿਲਕੁਲ। ਕਿੱਥੇ ਸੀ? ਦਿਖਾਓ। ਇਹ ਤੁਹਾਨੂੰ ਹੁਣ ਅਸੀਂ ਦੱਸਦੇ ਨਹੀਂ। ਅਬੂ ਬਕਰ ਮੇਰੇ ਭਾਈ ਤੁਸੀਂ ਇੱਧਰ ਦਿਖਾਓ, ਲਾਓ। ਇਹ ਦੱਸਦੇ ਨਹੀਂ ਵੀ ਮਾਲਕ ਇਸਤਰ ਕੌਣ ਸੀ? ਮਾਲਕ ਇਸਤਰ ਨੇ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਸ਼ਿਮਰ ਕੌਣ ਸੀ? ਸ਼ਿਮਰ ਕੌਣ ਸੀ? ਕਾਤਲੀਨ ਉਸਮਾਨ ਸ਼ਾਮਲ ਹੈ ਸੀ ਜਾਂ ਨਹੀਂ? ਮੈਂ ਕਹਿੰਦਾ ਉਹਨਾਂ ਨੇ ਕਤਲ ਕੀਤਾ ਸੀ ਮਾਜ਼ੱਲਾ। ਤੇ ਇਹ ਸਾਰਾ ਮਾਮਲਾ ਯਜ਼ੀਦ ਨੇ ਕੀਤਾ ਸੀ? ਮੈਂ ਕਹਿੰਦਾ ਯਜ਼ੀਦ ਦਾ ਤੇ ਮੈਂ ਯਜ਼ੀਦ ਦਾ ਨਾਂ ਹੀ ਨਹੀਂ ਲਿਆ ਯਾਰ। ਫਿਰ ਤੁਸੀਂ ਕਿਉਂ ਇੱਥੇ ਰੋਲਾ ਪਾਇਆ? ਅਬੂ ਬਕਰ ਮੇਰੇ ਸਾਹਿਬ ਅਸਾਂ ਜਦੋਂ ਪੜ੍ਹਦੇ ਸੀ। ਅਸੀਂ ਬਿਲਾਲ ਸਾਹਿਬ ਇੱਕ ਮਿੰਟ। ਅਲੀ ਦਾ ਹਜ਼ਰਤ ਮਾਵੀਆ ਕੋ ਤੁਸੀਂ ਕੋਈ ਭਾਈ ਇਸ ਅਸੂਲ ਦੇ ਮੁਤਾਬਕ ਯਜ਼ੀਦ ਬਿਲਕੁਲ ਸਾਫ ਸੁਥਰਾ ਹੈ। ਕੀ ਗੁਨਾਹ ਕੀਤਾ ਉਹਨੇ ਦੱਸੋ? ਮੈਂ ਯਜ਼ੀਦ ਦੀ ਗੱਲ ਹੀ ਨਹੀਂ ਕੀਤੀ ਅਜੇ। ਨਹੀਂ ਯਜ਼ੀਦ ਨੇ ਫਿਰ ਕਿਉਂ ਉਹਦੇ ਬਾਰੇ ਚ ਇੱਥੇ ਗੱਲਾਂ ਕਰਦੇ ਨੇ ਸਾਰੇ? ਕੀ ਮੈਂ ਕੋਈ ਨਹੀਂ ਕਿਹਾ ਕੋਈ ਬੰਦਾ। ਦੇਖੋ ਯਜ਼ੀਦ ਦੀ ਵਾਰੀ ਤੇ ਹੈ, ਯਜ਼ੀਦ ਦਾ ਇਸ ਗੱਲ ਚ ਕੋਈ ਲੈਣ ਦੇਣ ਨਹੀਂ ਨਾ ਹੈ ਫਿਲਹਾਲ। ਮਤਲਬ ਪਾਕ ਸਾਹਿਬ ਹੈ ਨਾ, ਆਖੋ ਬਿਲਕੁਲ ਸਾਫ ਸੁਥਰਾ ਸੀ ਪਾਕ ਸਾਹਿਬ ਜੀ, ਕੋਈ ਗੁਨਾਹ ਨਹੀਂ ਉਹਦਾ। ਅਗਰ ਤੇ ਇਮਾਮ ਅਹਿਮਦ ਬਿਨ ਹੰਬਲ ਨੇ ਉਹਨੂੰ ਸਾਫ ਸੁਥਰਾ ਆਖਿਆ, ਅਗਰ ਇਮਾਮ ਹਜ਼ਰਤ ਫਲਾਣੇ ਤੁਸੀਂ ਵੀ ਆਖੋ ਨਾ, ਕੋਈ ਇਕਰਾਰ ਤੇ ਕਰੋ। ਕਾਜ਼ੀ ਸ਼ੌਕਾਨੀ ਨੇ ਇਹਨਾਂ ਨੇ ਸਾਫ ਸੁਥਰਾ ਆਖਿਆ ਤੇ ਮੈਂ ਵੀ ਸਾਫ ਸੁਥਰਾ ਆਖ ਦਿੰਦਾ। ਆਖਿਆ ਉਹਨਾਂ ਨੇ, ਗੱਲ ਖਤਮ ਹੋ ਗਈ। ਹੁਣ ਫਿਰ ਜਿਹੜੇ ਮੁਲਵਸ ਨੇ ਉਹ ਸਾਰੇ ਜਿਨ੍ਹਾਂ ਨੇ ਯਜ਼ੀਦ ਨੂੰ ਸਾਫ ਕਿਹਨੇ ਆਖਿਆ ਇਹਨਾਂ ਚ? ਵੈਸੇ ਆਪਸ ਦੀ ਗੱਲ ਹੈ, ਕਿਸੇ ਇੱਕ ਦਾ ਨਾਮ ਤੇ ਲਓ।
ਲਾਂਤ ਹੀ ਕਿਹਾ ਸਾਰਿਆਂ ਨੇ, ਜਿੰਨੇ ਵੀ ਲੋਕ ਨੇ ਇਹਨਾਂ ਸਾਰੇ ਲਾਂਤ ਹੀ ਕਿਹਾ ਉਹਨੂੰ, ਕਿਆ ਨਹੀਂ ਕਿਹਾ? ਤੁਸੀਂ ਇਨਕਾਰ ਕਰ ਦੋ। ਜੀ ਸਿਆਲ ਭਾਈ ਗੱਲ ਕਰੋ, ਤੁਸੀਂ ਆਪਣੀ ਕਰਨ ਲੱਗੇ ਸੋ। ਪਹਿਲੇ ਨੰਬਰ ਤੇ ਤਾਂ ਚੀਜ਼ ਇਹ ਬਈ ਅਸਾਂ ਯਾਨੀ ਕਿ ਸਹਾਬਾ ਨੂੰ ਖਤਾ ਤੋਂ ਮੁਬਰਾ ਨਹੀਂ ਸਮਝਦੇ, ਬਈ ਗਲਤੀ ਕਹਿ ਲਓ, ਖਤਾ ਕਹਿ ਲਓ, ਜੋ ਵੀ ਕਹਿ ਲਓ, ਮਿਸਾਲ ਅਸਾਂ ਮਾਸੂਮ ਨਹੀਂ ਸਮਝਦੇ ਕਿ ਬਾਦ ਅਜ਼ ਅੰਬਿਆ ਕੋਈ ਮਾਸੂਮ ਹੈ। ਅਸਾਂ ਮੰਨੇ ਆ ਕਿ ਸਾਹਬਾ ਤੋਂ ਗਲਤੀਆਂ ਹੋਈਆਂ ਹਨ। ਔਰ ਵੇਖੋ ਇੱਕ ਗਲਤੀ ਮਿਸਾਲ ਹੈ ਸਾਹਬਾ ਦੀ, ਜਿਹੜਾ ਉਹ ਵਾਕਿਆ ਹੈ, ਜਿਹੜਾ ਮਿਸਾਲ ਹੈ ਉਹ ਕਿਹੜੇ ਸਾਹਬੀ ਸੀ ਜਿਨ੍ਹਾਂ ਨੇ ਉਹ ਖਤ ਜਦੋਂ ਯਾਨੀ ਕਿ ਮਿਸਾਲ ਹੈ ਫਤਹ ਮੱਕਾ ਦੇ ਦੌਰਾਨ ਆਪਨੇ ਖਤ ਲਿਖ ਦਿੱਤੇ, ਹਾਂਜੀ ਇਬਨ ਅਬੀ ਬਲਤਾ, ਹਾਂਜੀ। ਤੇ ਵੇਖੋ ਹਾਲਾਂਕਿ ਉਹ ਕਿਤਨੇ ਬੜਾ ਜੁਰਮ ਹੈ, ਲੇਕਿਨ ਉਸ ਦੇ ਬਾਵਜੂਦ ਅੱਲਾਹ ਤਾਲਾ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਹੈ। ਅੱਗੇ ਵੀ ਆਈਏ ਅਸਾਂ ਮੰਨੇ ਆ ਕਿ ਗਲਤੀਆਂ ਹੋਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਸਾਡੇ ਕੋਲੋਂ ਤਾਂ ਅੱਜ ਸਾਡੇ ਦੌਰ ਦੇ ਵਿੱਚ ਲਾਲ ਮਸਜਿਦ ਦਾ ਵਾਕਿਆ ਹੋਇਆ ਹੈ ਔਰ ਲਾਈਵ ਟੀਵੀ ਤੇ ਉਸ ਦੌਰ ਵਿੱਚ ਵਿਖਾਇਆ ਜਾਂਦਾ ਸੀ। ਮੁਸ਼ਰਫ ਦੌਰ ਦੇ ਵਿੱਚ ਲਾਈਵ ਟੀਵੀ ਤੇ ਵਿਖਾਇਆ ਜਾਂਦਾ ਸੀ। ਔਰ ਆਖਰੀ ਵਕਤ ਜਦੋਂ ਗਾਜ਼ੀ ਅਬਦੁਲ ਰਸ਼ੀਦ ਨੂੰ ਯਾਨੀ ਕਿ ਕਹਿ ਲੋ ਸ਼ਹੀਦ ਕੀਤਾ ਗਿਆ, ਜਾਂ ਉਹ ਉਸ ਵਕਤ ਕਾਮਰਾਨ ਖਾਨ ਨੂੰ ਇੰਟਰਵਿਊ ਦੇ ਰਿਹਾ ਸੀ ਕਿ ਮੇਰੀ ਮਾਂ ਨੂੰ ਹੁਣ ਫੈਰ ਲੱਗ ਗਿਆ ਹੈ, ਹੁਣ ਆ ਹੋ ਰਿਹਾ, ਹੁਣ ਬੂਟਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਲੇਕਿਨ ਉਸ ਦੇ ਬਾਵਜੂਦ ਅਸਾਂ ਅੱਜ ਫੈਸਲਾ ਨਹੀਂ ਕਰ ਸਕਦੇ ਕਿ ਉਹਦੀ ਸੱਚਾਈ ਕੀ ਸੀ, ਕਿ ਉਸ ਅੰਦਰ ਦਹਿਸ਼ਤਗਰਦ ਸੀ ਜਾਂ ਉਹ ਕੋਈ ਹੋਰ ਮਸਲਾ ਸੀ। ਹਾਲਾਂਕਿ ਲਾਈਵ ਅਸਾਂ ਉਸ ਵਕਤ ਹੀ ਉਹ ਦੇਖ ਰਿਹਾ ਸੀ ਔਰ ਉਹਦਾ ਇੰਟਰਵਿਊ ਐਂਡ ਤੇ ਉਹਦਾ ਫੋਨ ਤੇ ਸੀ। ਇਹ ਨਹੀਂ ਹੈ ਜੋ ਉਹਦੀ ਉਸ ਵਕਤ ਉਹ ਕਾਲ ਆਡੀਓ ਸੀ, ਵੀਡੀਓ ਨਹੀਂ, ਇਹ ਗੱਲ ਯਾਦ ਰੱਖਣਾ। ਲੇਕਿਨ ਉਸ ਦੇ ਬਾਵਜੂਦ ਅਸਾਂ ਨਹੀਂ, ਹਾਂਜੀ ਮੈਂ ਕਿਹਾ ਬਿਹਤਰੀਨ ਮਿਸਾਲ ਦਿੱਤੀ ਤੁਸੀਂ, ਅੱਜ ਤੱਕ ਕਲੀਅਰ ਨਹੀਂ ਹੋਇਆ ਕਿ ਉੱਥੇ ਗਲਤੀ ਕੀਤੀ ਹੈ। ਹਾਂਜੀ ਗਲਤੀ ਕੀਤੀ, ਹਾਲਾਂਕਿ ਤੁਹਾਨੂੰ ਦੱਸਿਆ ਐਂਡ ਤੇ ਵੀ ਆਡੀਓ ਕਾਲ ਚੱਲ ਰਹੀ ਸੀ ਜਦੋਂ ਉਹਨੂੰ ਯਾਨੀ ਕਿ ਉਹਨੇ ਕਿਹਾ ਮੇਰੀ ਮਾਂ ਨੂੰ ਫੈਰ ਲੱਗ ਗਿਆ, ਉਹਨੂੰ ਕਲਮਾ ਪੜ੍ਹਾ ਰਹੇ ਸੀ। ਕਲਮਾ ਪੜ੍ਹਾਉਣ ਤੋਂ ਬਾਅਦ ਉਹ ਜੀ ਹੁਣ ਬੂਟਾਂ ਦੀ ਆਵਾਜ਼ ਆ ਰਹੀ ਹੈ ਤੇ ਚਲੋ ਜੀ ਉਹਦਾ ਬੰਦ ਹੋਇਆ, ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਅੱਜ ਤੱਕ ਫੈਸਲਾ ਨਹੀਂ ਹੋਇਆ ਵੀ ਉਹ ਦਹਿਸ਼ਤਗਰਦ ਸੀ ਜਾਂ ਉਹ ਮਿਸਾਲੇ ਗਾਜ਼ੀ ਸੀ, ਸ਼ਹੀਦ ਸੀ, ਕੀ ਮਾਮਲਾ ਹੈ ਮਿਸਾਲੇ। ਅਸਾਂ ਇਤਨਾ ਫੈਸਲਾ ਇਸ ਤਰੱਕੀ ਯਾਫਤਾ ਦੌਰ ਨਹੀਂ ਕਰ ਸਕਦੇ ਪਏ। ਤੇ ਅੱਜ ਤੋਂ 1400 ਸਾਲ ਪਿੱਛੇ ਜੋ ਵਾਕਿਆਤ ਹੋਏ ਨੇ ਉਹਨਾਂ ਦਾ ਅਸਾਂ ਮਿਸਾਲੇ ਫੈਸਲੇ ਉਸ ਤੋਂ ਕਰਨੇ ਆ ਕਿ ਜਦੋਂ ਬਾਦਸ਼ਾਹਾਂ ਆਈਆਂ ਨੇ, ਜਿਸ ਦੀ ਬਾਦਸ਼ਾਹੀ ਆਈ ਹੈ ਉਹਨੇ ਆਪਣਾ ਠੋਕ ਕੇ ਲਿਖਿਆ ਹੈ। ਇਹ ਵੀ ਅਸਾਂ ਮੰਨੇ ਆ ਕਿ ਅਲੇ ਬੈਤ ਦੀ ਸ਼ਾਨ ਵਿੱਚ ਵੀ ਹਦੀਸਾਂ ਗੜੀਆਂ ਗਈਆਂ ਨੇ ਜਾਂ ਰਵਾਇਤਾਂ ਗੜੀਆਂ ਗਈਆਂ ਨੇ। ਔਰ ਇਸੇ ਤਰ੍ਹਾਂ ਬਨੂ ਉਮਈਆ ਦੇ ਵੀ ਮਿਸਾਲੇ ਹੱਕ 'ਚ ਜੇ ਮੈਂ ਸੁਣਿਆ ਕਿ ਰਵਾਇਤਾਂ ਗੜੀਆਂ ਗਈਆਂ ਨੇ, ਤੇ ਫਿਰ ਅਸਾਂ ਆਖੀਏ ਜੋ ਸਾਡੇ ਕੋਲ ਇੱਕ ਹੱਕ ਪਹੁੰਚ ਗਿਆ ਉਹ ਤਾਂ ਬਿਲਕੁਲ ਹੀ ਗਲਤ ਹੈ। ਫਿਰ ਅਸਾਂ ਮੈਂ ਨਾ ਸ਼ੁਰੂ ਵਿੱਚ ਜਦੋਂ ਮਿਸਾਲ ਪੜ੍ਹਿਆ ਨਾ ਇਸੇ ਤਰ੍ਹਾਂ ਦੇ ਵਾਕਿਆਤ, ਤੇ ਮੇਰਾ ਦਿਮਾਗ ਖਰਾਬ ਹੋ ਗਿਆ ਖਾਸ ਤੌਰ ਹਜ਼ਰਤ ਮੀਰ ਮਾਵੀਆ ਰਜ਼ੀ ਅੱਲਾਹ ਤਾਲਾ ਅਨਹੂ ਦੇ ਬਾਰੇ। ਅੱਛਾ ਜਦੋਂ ਮੈਂ ਅਲੇ ਤਸ਼ਯੁ ਦੀ ਕੁਤਬ ਦਾ ਮੁਤਾਲਿਆ ਕੀਤਾ ਤਾਂ ਮੈਂ ਸਲਾਮ ਪੇਸ਼ ਕਰਨਾ ਆਪਣੇ ਬਜ਼ੁਰਗ। ਵਾਲੇकुम सलाम रहमतुल्लाह। ਆਪਣਾ ਅਮਰ ਭਾਈ ਬਰਾੜ ਆਨ ਕਰ ਲਓ ਤੇ ਅਮਰ ਸੈਲ ਭਾਈ, ਕਿਉਂਕਿ ਮੈਂ ਸੌਣ ਦਾ ਟਾਈਮ ਹੋ ਗਿਆ, 10:30 ਹੋ ਗਏ ਨੇ। अमर सैल भाई आवाज आ रही है? अबू बकर भाई आवाज मारो हाँ जरा इन्होंने पहले जरा बराड़ ऑन करना। ठीक है तुम अच्छा अच्छा अबू बकर मीर साहब सिर्फ 2 मिनट देने। अच्छा मैं जदों पढ़िया ना अपनियां किताबां पढ़ियां ना तो मेरा दिमाग खराब हो गया, खास यानी कि हजरत मीर माविया रज़ी अल्लाह तआला अन्हु दे बारे। लेकिन जदों मैं अहले तशय्युअ दी कुतब दा मुतालिया कीता तो यकीन कर मैं सलाम पेश करना अपने बजुर्गों को जिन्ना साडा अहले सुन्नत दा अकीदा इतना साफ सुथरा बनाया है कि सानू मिसाल क्या है भी ठीक है इत्थे अपनी जबान बंद रखनी है। ठीक है सहाबा कराम दे बारे अगर कोई जबान खोलता है तो मेरे नज़दीक तो उस तो वड्डा लानती कोई नहीं है। तो इस वास्ते जेड़ा जो फैसला कर दिता गया उस तो अगा हुण असां एवें टमक टोइयां लाने जो आए हो गया तो फलाना आला हो गया तो ये हो गया। हाँ जी हाँ जी बस मैं तो ये कहना चाहना कि सानू जो वड्डियां ने अकीदा दे छड्या बस उस चल भाई टामक टोई हो हुंदी है। देखो ना टामक टोई ते होएगी नहीं जेड़ा बंदा अपने जज्बात दी बुनियाद ते गल करे, बिल्कुल टामक टोई है। एक चीज लिखी हुई है तुसीं मानदे भी हो लिखी हुई है, सानू ते कोई शौक नहीं ना, मेरे ते जाती तौर ते कोई शौक नहीं किसी फिलहाल भाई चीज यही है ना। फिर लिखी गल्ला दूसरी तरफों जड़ियां ने वो बयान करिए, फिर नस भी होंदे फतवे नहीं लगने चाहिए ना, फिर उन्हां दी हक दे नहीं लगने चाहिए, नहीं लगने चाहिए। लेकिन क्या तुसी इस चीज दे विच जिस तरह तुसी हदीस लेंदे वक्त एहतियात लेंदे हो, ओदी सनद चेक करदे हो, ओदा मतन चेक करदे हो, क्या इस मामले च भी असीं ये करांगे? हाँ बिल्कुल ਇਹਦੇ ਵਿੱਚ ਇhtiyat ਕਰਨੀ ਹੈ। ਇਹ ਜੋ ਤੁਹਾਡੇ ਸਾਹਮਣੇ ਬਿਆਨ ਜੋ ਤੁਹਾਡੇ
ਹਾਂ ਤੇ ਫਿਰ ਕਿਉਂਕਿ ਆਪਣਾ ਭਰਾ ਹੈ, ਮੈਂ ਤੁਹਾਨੂੰ ਗੱਲ ਤੇ ਠੀਕ ਦੱਸ ਰਿਹਾ, ਉਹਨੂੰ ਲਾਇਆ ਕਿਸੇ ਮਕਸਦ ਲਈ ਲਾਇਆ ਹੋਏਗਾ। ਤੇ ਗੱਲ ਜਿਹੜੀ ਹੈ ਇਲਮੀ ਗੱਲ ਕਰਨੇ ਆ, ਤੇ ਤੁਸੀਂ ਦੱਸੋ ਕਿ ਇਸਮੂ ਮੁਹੰਮਦ ਦੀ ਗੱਲ ਹੋਏਗੀ ਜਾਂ ਸੂਰਹ ਸਫ ਦੀ ਆਇਤ ਤੇ ਹੋਏਗੀ? ਪੂਰੀ ਸੂਰਹ ਸਫ ਦੀ ਪੂਰੀ ਆਇਤ ਤੇ ਹੋਏਗੀ ਨਾ, ਪੂਰੀ ਜ਼ਾਹਿਰ ਆਇਤ ਦੇ